ਅੱਜ ਆਓ ਅਸੀਂ ਧਰਮੀ ਜੋ ਪਰਮੇਸ਼ਰ ਦੇ ਰਾਹ ਉੱਤੇ ਚੱਲਦੇ ਹਨ, ਉਪਦੇਸ਼ ਸਿਰਲੇਖ ਨਾਲ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਨ ਲਈ ਸਮਾਂ ਲਈਏ। ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸ਼ਰ ਦੇ ਰਾਹ ਵਿੱਚ ਅਜਿਹੇ ਸਬਕ ਹਨ ਜੋ ਸਾਨੂੰ ਧਾਰਮਿਕਤਾ ਬਾਰੇ ਸਿਖਾਉਂਦੇ ਹਨ। ਪੂਰੀ ਬਾਈਬਲ ਵਿੱਚ ਅਸੀਂ ਇਸ ਬਾਰੇ ਕਈ ਸਿੱਖਿਆਵਾਂ ਅਤੇ ਉਦਾਹਰਨ ਦੇਖ ਸਕਦੇ ਹਾਂ ਕਿ ਧਰਮੀ ਕੌਣ ਹੈ ਅਤੇ ਦੁਸ਼ਟ ਕੌਣ ਹੈ। ਬਾਈਬਲ ਦੁਸ਼ਟ ਲੋਕਾਂ ਨੂੰ ਪਰਮੇਸ਼ਰ ਨੂੰ ਛੱਡਣ ਵਾਲੇ ਲੋਕਾਂ ਦੇ ਰੂਪ ਵਿੱਚ ਮੰਨਦੀ ਹੈ। ਦੁਸ਼ਟ ਲੋਕ ਨਾ ਤਾਂ ਪਰਮੇਸ਼ਰ ਦਾ ਆਦਰ ਕਰਦੇ ਹਨ ਅਤੇ ਨਾ ਹੀ ਉਹਨਾਂ ਦਾ ਡਰ ਮੰਨਦੇ ਹਨ, ਕਿਉਂਕਿ ਉਹਨਾਂ ਵਿੱਚ ਪਰਮੇਸ਼ਰ ਦਾ ਕੋਈ ਡਰ ਨਹੀਂ। ਫਿਰ ਉਹ ਆਖਰਕਾਰ ਪਰਮੇਸ਼ਰ ਨੂੰ ਛੱਡਣ ਦੀ ਸਥਿਤੀ ਵਿੱਚ ਆ ਜਾਂਦੇ ਹਨ। ਇਸ ਕਾਰਨ ਉਹ ਕੁਦਰਤੀ ਰੂਪ ਨਾਲ ਪਰਮੇਸ਼ਰ ਦੇ ਕਿਸੇ ਵੀ ਹੁਕਮ ਦਾ ਪਾਲਣ ਕਰਨ ਵਿੱਚ ਜਾਂ ਨਿਯਮਾਂ ਅਤੇ ਵਿਧੀਆਂ ਨੂੰ ਫੜ ਕੇ ਰੱਖਣ ਵਿੱਚ ਜੋ ਉਹਨਾਂ ਨੇ ਸਾਡੇ ਲਈ ਸਥਾਪਿਤ ਕੀਤੇ ਹਨ, ਅਸਫਲ ਹੋਣਗੇ। ਅੱਜ ਕੱਲ੍ਹ ਅਸੀਂ ਆਪਣੇ ਆਲੇ ਦੁਆਲੇ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਦੇਖ ਸਕਦੇ ਹਾਂ। ਇਸ ਲਈ ਦੂਸਰਾ ਥੈਸਲੋਨੀਕੀਓ ਅਧਿਆਇ 1 ਕਹਿੰਦਾ ਹੈ ਕਿ ਅੰਤਿਮ ਨਿਆਂ ਦੇ ਸਮੇਂ ਪਰਮੇਸ਼ਰ ਉਹਨਾਂ ਲੋਕਾਂ ਨੂੰ ਸਜ਼ਾ ਦੇਣਗੇ ਜੋ ਉਹਨਾਂ ਦਾ ਡਰ ਨਹੀਂ ਮੰਨਦੇ ਅਤੇ ਪਰਮੇਸ਼ਰ ਦੀ ਇੱਛਾ ਅਤੇ ਹੁਕਮ ਨਹੀਂ ਮੰਨਦੇ। ਅਤੀਤ ਵਿੱਚ ਅਸੀਂ ਦੁਸ਼ਟਾਂ ਦੇ ਪੱਖ ਵਿੱਚ ਪਾਪੀ ਸੀ, ਹਾਲਾਂਕਿ ਪਰਮੇਸ਼ਰ ਨੇ ਸਾਨੂੰ ਬੁਲਾਇਆ, ਸਾਨੂੰ ਸਿਖਾਇਆ ਅਤੇ ਧਾਰਮਿਕਤਾ ਦਾ ਰਾਹ ਖੋਲ੍ਹਿਆ ਤਾਂ ਜੋ ਅਸੀਂ ਉਹਨਾਂ ਲੋਕਾਂ ਦੇ ਰੂਪ ਵਿੱਚ ਜੀ ਸਕੀਏ ਜਿਨ੍ਹਾਂ ਨੂੰ ਪਰਮੇਸ਼ਰ ਦੇ ਧਰਮੀ ਲੋਕਾਂ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਇਸ ਲਈ ਜਦੋਂ ਅਸੀਂ ਉਸ ਮਾਰਗ ਦਾ ਪਾਲਣ ਕਰਦੇ ਹਾਂ ਜੋ ਪਰਮੇਸ਼ਰ ਨੇ ਸਾਡੇ ਜਿਉਣ ਲਈ ਸੰਚਾਲਿਤ ਕੀਤਾ ਹੈ, ਫਿਰ ਕੀ ਅਸੀਂ ਉਹਨਾਂ ਲੋਕਾਂ ਵਾਂਗ ਨਹੀਂ ਸਮਝੇ ਜਾਵਾਂਗੇ ਜੋ ਧਰਮੀ ਕੰਮ ਕਰਦੇ ਹਨ? ਫਿਰ ਅੱਜ ਆਓ ਅਸੀਂ ਧਰਮੀ ਜੋ ਪਰਮੇਸ਼ਰ ਦੇ ਰਾਹ ਉੱਤੇ ਚੱਲਦੇ ਹਨ, ਉਪਦੇਸ਼ ਸਿਰਲੇਖ ਦੁਆਰਾ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰੀਏ। ਆਓ ਅਸੀਂ ਹੋਸ਼ਿਆ ਦੀ ਕਿਤਾਬ ਅਧਿਆਇ 14 ਉੱਤੇ ਇੱਕ ਨਜ਼ਰ ਪਾਉਣ ਦੁਆਰਾ ਸ਼ੁਰੂ ਕਰੀਏ। ਹੋਸ਼ਿਆ ਅਧਿਆਇ 14 ਆਇਤ 9। ਕੌਣ ਬੁੱਧਵਾਨ ਹੈ ਭਾਈ ਜੋ ਇਹਨਾਂ ਗੱਲਾਂ ਨੂੰ ਸਮਝੇ, ਅਤੇ ਸਮਝ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ। ਯਹੋਵਾ ਦੇ ਮਾਰਗ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ। ਇਸ ਵਚਨ ਨੂੰ ਸੰਖੇਪ ਵਿੱਚ ਦੱਸੀਏ ਤਾਂ ਸਿਰਫ ਧਰਮੀ ਹੀ ਪਰਮੇਸ਼ਰ ਦੇ ਰਾਹ ਉੱਤੇ ਚੱਲ ਸਕਦੇ ਹਨ, ਪਰ ਪਾਪੀ ਕਦੇ ਵੀ ਪਰਮੇਸ਼ਰ ਦੇ ਰਾਹ ਉੱਤੇ ਨਹੀਂ ਤੁਰਦੇ। ਦੁਸ਼ਟਾਂ ਵਿੱਚੋਂ ਧਰਮੀ ਦੀ ਪਹਿਚਾਣ ਕਰਨ ਦਾ ਮਾਨਕ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹ ਪਰਮੇਸ਼ਰ ਦੇ ਰਾਹ ਉੱਤੇ ਚੱਲਦੇ ਹਨ ਜਾਂ ਨਹੀਂ। ਇਸ ਲਈ ਹੋਸ਼ਿਆ ਦੀ ਕਿਤਾਬ ਅਧਿਆਇ 14 ਵਚਨ 9 ਵਿਆਖਿਆ ਕਰਦਾ ਹੈ ਕਿ ਯਹੋਵਾ ਦੇ ਮਾਰਗ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ। ਜੇਕਰ ਅਸੀਂ ਸਿਰਫ ਅੰਸ਼ਿਕ ਰੂਪ ਨਾਲ ਪਰਮੇਸ਼ਰ ਦੇ ਵਚਨ ਦਾ ਪਾਲਣ ਕਰ ਰਹੇ ਹਾਂ ਅਤੇ ਅੱਜ ਵੀ ਆਪਣੇ ਵਿਸ਼ਵਾਸ ਦੇ ਜੀਵਨ ਦੇ ਕੁਝ ਹਿੱਸਿਆਂ ਵਿੱਚ ਕਮੀਆਂ ਲੱਭਦੇ ਹਾਂ, ਫਿਰ ਸਾਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਹੈ। ਮੇਰੇ ਕੋਲ ਅਜੇ ਵੀ ਮੇਰੇ ਵਿਸ਼ਵਾਸ ਨੂੰ ਕੁਝ ਹਿੱਸਿਆਂ ਵਿੱਚ ਢਾਲੇ ਜਾਣ ਅਤੇ ਸ਼ੁੱਧ ਹੋਣ ਦੀ ਜ਼ਰੂਰਤ ਹੈ। ਭਾਵੇਂ ਇਹ ਸੱਚ ਹੈ, ਫਿਰ ਵੀ ਪਰਮੇਸ਼ਰ ਸਾਨੂੰ ਧਰਮੀ ਮੰਨਦੇ ਹਨ। ਫਿਰ ਵੀ ਤੁਸੀਂ ਪੁੱਛ ਸਕਦੇ ਹੋ, ਜੇਕਰ ਅਸੀਂ ਸਭ ਪਾਪੀ ਹਾਂ, ਫਿਰ ਪਰਮੇਸ਼ਰ ਸਾਨੂੰ ਧਰਮੀ ਕਿਵੇਂ ਕਹਿ ਸਕਦੇ ਹਨ? ਤੁਸੀਂ ਸਹੀ ਹੋ, ਅਸੀਂ ਪਹਿਲਾਂ ਤੋਂ ਪਾਪੀ ਸੀ ਜੋ ਦੁਸ਼ਟ ਦੇ ਪੱਖ ਵਿੱਚ ਖੜੇ ਸੀ। ਅਸੀਂ ਉਹ ਸੀ ਜੋ ਪਰਮੇਸ਼ਰ ਦੀ ਨਜ਼ਰ ਵਿੱਚ ਦੁਸ਼ਟ ਦੇ ਰਾਹ ਉੱਤੇ ਚੱਲਦੇ ਸੀ। ਇਸ ਲਈ ਰੋਮੀਆ ਦੀ ਕਿਤਾਬ ਅਧਿਆਇ 3 ਕਹਿੰਦਾ ਹੈ ਕਿ ਇਸ ਧਰਤੀ ਉੱਤੇ ਕੋਈ ਧਰਮੀ ਨਹੀਂ, ਇੱਕ ਵੀ ਨਹੀਂ। ਅਸੀਂ ਸਾਰੇ ਪਾਪੀ ਸੀ ਅਤੇ ਦੁਸ਼ਟ ਦੇ ਰਾਹ ਉੱਤੇ ਚੱਲਦੇ ਸੀ। ਪਰਮੇਸ਼ਰ ਦੇ ਸਾਹਮਣੇ ਜੇਕਰ ਅਸੀਂ ਦਾਅਵਾ ਕਰੀਏ ਕਿ ਸਾਡੇ ਕੋਲ ਕੋਈ ਪਾਪ ਨਹੀਂ, ਫਿਰ ਅਸੀਂ ਕਿਸ ਪ੍ਰਕਾਰ ਦੇ ਵਿਅਕਤੀ ਹੋਵਾਂਗੇ? ਸਾਨੂੰ ਝੂਠੇ ਠਹਿਰਾਇਆ ਜਾਵੇਗਾ। ਅਸਲ ਵਿੱਚ ਅਸੀਂ ਪਾਪੀ ਸੀ ਅਤੇ ਉਹਨਾਂ ਲੋਕਾਂ ਦੇ ਸਮੂਹ ਵਿੱਚ ਸੀ ਜਿਨ੍ਹਾਂ ਨੂੰ ਬੁਰੇ ਅਤੇ ਦੁਸ਼ਟ ਮੰਨਿਆ ਜਾਂਦਾ ਹੈ। ਜੇਕਰ ਅਸੀਂ ਅਜਿਹੀ ਸਥਿਤੀ ਵਿੱਚ ਬਣੇ ਰਹਿੰਦੇ ਹਾਂ, ਫਿਰ ਕੀ ਅਸੀਂ ਸਵਰਗ ਦੇ ਰਾਜ ਵਿੱਚ ਵਾਪਸ ਜਾਣ ਵਿੱਚ ਸਫਲ ਹੋਵਾਂਗੇ, ਜਿਸ ਦੀ ਅਸੀਂ ਹਮੇਸ਼ਾ ਤੋਂ ਲਾਲਸਾ ਕਰਦੇ ਆਏ ਹਾਂ? ਇਸ ਸਵਾਲ ਦੇ ਬਾਰੇ ਯੀਸ਼ੂ ਨੇ ਨਿਸ਼ਚਿਤ ਉੱਤਰ ਦਿੱਤਾ। ਆਓ ਅਸੀਂ ਮੱਤੀ ਅਧਿਆਇ 5 ਵਚਨ 20 ਵਿੱਚ ਪਰਮੇਸ਼ਰ ਦੇ ਵਚਨਾਂ ਉੱਤੇ ਇੱਕ ਨਜ਼ਰ ਪਾਈਏ। ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ, ਭਾਈ ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਵਿਧ ਨਾ ਵੜੋਗੇ। ਇਸ ਧਰਤੀ ਉੱਤੇ ਕੋਈ ਵੀ ਧਰਮੀ ਨਹੀਂ, ਇੱਕ ਵੀ ਨਹੀਂ। ਜੋ ਪਾਪ ਰਹਿਤ ਹੋਣ ਦਾ ਦਾਅਵਾ ਕਰਦੇ ਹਨ ਉਹ ਝੂਠੇ ਹਨ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸਾਰੇ ਮਨੁੱਖ ਪਾਪੀ ਸੀ ਅਤੇ ਬੁਰੇ ਅਤੇ ਦੁਸ਼ਟ ਦੇ ਰਾਹ ਉੱਤੇ ਚੱਲਦੇ ਸੀ। ਸਾਨੂੰ ਯੀਸ਼ੂ ਦੇ ਵਚਨਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਵਿਧ ਨਾ ਵੜੋਗੇ।
ਆਓ ਅਸੀਂ ਮਤੀ ਅਧਿਆਇ 7 ਨੂੰ ਪੜ੍ਹ ਕੇ ਇਸ ਮਾਮਲੇ ਦਾ ਹੋਰ ਅਧਿਐਨ ਕਰੀਏ ਅਤੇ ਥੋੜਾ ਹੋਰ ਸਮਝੀਏ ਕਿ ਪਰਮੇਸ਼ਰ ਦੇ ਸਾਹਮਣੇ ਧਾਰਮਿਕਤਾ ਦਾ ਪ੍ਰਮਾਣ ਹਾਸਲ ਕਰਨ ਲਈ ਸਾਨੂੰ ਕਿਸ ਤਰ੍ਹਾਂ ਦੇ ਕੰਮ ਅਤੇ ਸੁਭਾਅ ਰੱਖਣਾ ਚਾਹੀਦਾ ਹੈ। 그 내용을 좀 더 알아보도록 하겠습니다. ਆਓ ਅਸੀਂ ਮਤੀ ਅਧਿਆਇ 7 ਵਚਨ 21 ਵਿੱਚ ਪਰਮੇਸ਼ਰ ਦਾ ਵਚਨ ਪੜ੍ਹੀਏ। 다시 보시겠습니다. 나더러 ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਵੜੇਗਾ, ਬਲਕਿ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। 뜻대로 행하는 자라야 들어가리라. ਉਸ ਦਿਨ ਅਨੇਕ ਮੈਨੂੰ ਆਖਣਗੇ, ਹੇ ਪ੍ਰਭੂ ਕਿ ਅਸਾਂ ਤੇਰਾ ਨਾਮ ਲੈ ਕੇ ਅਗੰਮ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀ। ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ, ਭਾਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚਲੇ ਜਾਓ। 떠나가라 하리라 하고 했습니다. ਇੱਥੇ ਵਾਕੰਸ਼ ਹੇ ਬੁਰਿਆਰਿਆਂ ਨੂੰ ਬਾਈਬਲ ਦੇ ਹੋਰ ਸੰਸਕਰਣ ਵਿੱਚ ਵਿਵਸਥਾ ਦਾ ਉਲੰਘਣ ਕਰਨ ਵਾਲੇ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ। ਬੁਰੇ ਕੰਮ ਕਰਨ ਵਾਲੇ ਉਹਨਾਂ ਲੋਕਾਂ ਦੇ ਉਲਟ ਹਨ ਜੋ ਧਾਰਮਿਕਤਾ ਦਾ ਕੰਮ ਕਰਦੇ ਹਨ। 표현이 되겠습니다. ਫਿਰ ਪਰਮੇਸ਼ਰ ਕਿਸ ਨੂੰ ਬੁਰੇ ਕੰਮ ਕਰਨ ਵਾਲੇ ਦੇ ਰੂਪ ਵਿੱਚ ਮੰਨਦੇ ਹਨ? ਇਹ ਉਹ ਹਨ ਜੋ ਪਰਮੇਸ਼ਰ ਦੇ ਪਵਿੱਤਰ ਹੁਕਮਾਂ, ਵਿਵਸਥਾਵਾਂ ਅਤੇ ਨਿਯਮਾਂ ਦਾ ਪਾਲਨ ਨਹੀਂ ਕਰਦੇ। ਉਹ ਉਹਨਾਂ ਦਾ ਵਰਣਨ ਬੁਰੇ ਕੰਮ ਕਰਨ ਵਾਲਿਆਂ ਅਤੇ ਵਿਵਸਥਾ ਦਾ ਉਲੰਘਣ ਕਰਨ ਵਾਲਿਆਂ ਦੇ ਰੂਪ ਵਿੱਚ ਕਰਦੇ ਹਨ। ਪਰਮੇਸ਼ਰ ਉਹਨਾਂ ਨੂੰ ਸਪਸ਼ਟ ਤੌਰ ਤੇ ਇਹ ਕਹਿੰਦੇ ਹਨ, ਹੇ ਬੁਰਿਆਰਿਓ, ਮੇਰੇ ਕੋਲੋਂ ਚਲੇ ਜਾਓ। ਯਿਸੂ ਨੇ ਕਿਹਾ, ਭਾਈ ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਵਿਧ ਨਾ ਵੜੋਗੇ। ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਜਿਸ ਧਾਰਮਿਕਤਾ ਬਾਰੇ ਯਿਸੂ ਨੇ ਗੱਲ ਕੀਤੀ ਸੀ ਉਹ ਸਭ ਤੋਂ ਮਹੱਤਵਪੂਰਨ ਅਤੇ ਨਿਰਣਾਇਕ ਕਾਰਕ ਹੈ ਜੋ ਸਾਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਆਗਿਆ ਵੀ ਦੇ ਸਕਦੇ ਹਨ ਜਾਂ ਰੋਕ ਵੀ ਸਕਦੇ ਹਨ। ਇਸ ਤੋਂ ਇਲਾਵਾ ਅਸੀਂ ਉਸ ਆਇਤ ਨੂੰ ਪੜ੍ਹਦੇ ਹਾਂ ਜੋ ਕਹਿੰਦੀ ਹੈ, ਯਹੋਵਾ ਦੇ ਮਾਰਗ ਤਾਂ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ। ਹੁਣ ਅਸੀਂ ਪਰਮੇਸ਼ਰ ਦੇ ਰਾਹ ਉੱਤੇ ਚੱਲ ਰਹੇ ਹਾਂ। ਅਜਿਹਾ ਇਸ ਲਈ ਨਹੀਂ ਹੈ ਕਿਉਂਕਿ ਅਸੀਂ ਦੂਸਰਿਆਂ ਦੀ ਤੁਲਨਾ ਵਿੱਚ ਜ਼ਿਆਦਾ ਯੋਗ ਜਾਂ ਕਾਬਿਲ ਹਾਂ, ਕਿਉਂਕਿ ਪਰਮੇਸ਼ਰ ਨੇ ਸਾਡੇ ਪਾਪਾਂ ਨੂੰ ਮਾਫ ਕੀਤਾ ਹੈ ਅਤੇ ਸਾਡੇ ਕੁਧਰਮ ਲਈ ਪ੍ਰਾਸ਼ਚਿਤ ਕੀਤਾ ਹੈ। 속죄해 주시고 사면해 주시고 ਉਹਨਾਂ ਨੇ ਇੱਕ ਪਾਪੀ ਤੋਂ ਧਰਮੀ ਵਿੱਚ ਸਾਡੀ ਸਥਿਤੀ ਬਦਲ ਦਿੱਤੀ ਹੈ। ਉਹਨਾਂ ਨੇ ਸਾਨੂੰ ਇਹ ਕਹਿੰਦੇ ਹੋਏ ਇੱਕ ਕੀਮਤੀ ਬਚਨ ਦਿੱਤਾ, ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਸਾਰੇ ਪੁਰਾਣੇ ਪਾਪ ਫਿਰ ਯਾਦ ਨਹੀਂ ਕੀਤੇ ਜਾਣਗੇ ਅਤੇ ਤੁਸੀਂ ਦੁਸ਼ਟ ਦੀ ਗੁਲਾਮੀ ਤੋਂ ਮੁਕਤ ਹੋ ਜਾਓਗੇ। ਤੁਸੀਂ ਆਪਣੇ ਆਪ ਨੂੰ ਧਰਮੀਆਂ ਦੇ ਸਮਾਨ ਸਥਿਤੀ ਵਿੱਚ ਪਾਓਗੇ। ਕਿ ਇਸ ਕਾਰਨ ਤੋਂ ਪਰਮੇਸ਼ਰ ਨੇ ਸਾਨੂੰ ਆਪਣੇ ਹੁਕਮਾਂ, ਵਿਵਸਥਾਵਾਂ ਅਤੇ ਨਵੇਂ ਨੇਮ ਦੀਆਂ ਵਿਧੀਆਂ ਨੂੰ ਨਹੀਂ ਦਿੱਤਾ। 법도 아니겠습니까? ਇਸ ਲਈ ਲਿਖਿਆ ਹੈ ਕਿ ਪਰਮੇਸ਼ਰ ਦੇ ਮਾਰਗ ਸਿੱਧੇ ਹਨ। ਇਹ ਸੰਕੇਤ ਕਰਦਾ ਹੈ ਕਿ ਸਿਰਫ ਧਰਮੀ ਹੀ ਉਸ ਦੇ ਮਾਰਗ ਉੱਤੇ ਚੱਲ ਸਕਦੇ ਹਨ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਵਿੱਚ ਸਫਲ ਹੋਣਗੇ। ਇਸ ਧਰਤੀ ਉੱਤੇ ਰਹਿਣ ਦੇ ਦੌਰਾਨ ਅਸੀਂ ਕਈ ਪਾਪਾਂ ਨਾਲ ਘਿਰੇ ਹੁੰਦੇ ਹਾਂ। ਅਸੀਂ ਆਪਣੇ ਪੂਰੇ ਜੀਵਨ ਵਿੱਚ ਸੰਸਾਰ ਦੇ ਲੋਕਾਂ ਦੇ ਦ੍ਰਿਸ਼ਟੀਕੋਣ ਤੋਂ ਇੱਕ ਵਧੀਆ ਵਿਅਕਤੀ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਪਰਮੇਸ਼ਰ ਦੇ ਹੁਕਮਾਂ, ਵਿਵਸਥਾ ਅਤੇ ਨਿਯਮਾਂ ਦਾ ਪਾਲਨ ਕਰਨ ਉੱਤੇ ਧਿਆਨ ਕੇਂਦਰਿਤ ਕਰਨ ਦੇ ਬਜਾਏ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਮਾਨਕ ਦੇ ਅਨੁਸਾਰ ਉਹਨਾਂ ਵਰਗੇ ਹੋਣ ਦੀ ਕੋਸ਼ਿਸ਼ ਕਰਦੇ ਹਾਂ। 어떤 그 모습을 가지려고 노력합니다. ਪਰ ਸਾਡੇ ਜੀਵਨ ਦਾ ਮਾਨਕ ਸਿਰਫ ਪਰਮੇਸ਼ਰ ਦੁਆਰਾ ਨਿਯੁਕਤ ਕੀਤੇ ਜਾਣਾ ਅਤੇ ਉਹਨਾਂ ਉੱਤੇ ਨਿਰਭਰ ਹੋਣਾ ਹੈ। ਸਾਨੂੰ ਪਰਮੇਸ਼ਰ ਦੁਆਰਾ ਪ੍ਰਮਾਣਿਤ ਅਤੇ ਧਰਮੀ ਠਹਿਰਾਇਆ ਜਾਣਾ ਚਾਹੀਦਾ ਹੈ ਕਿ ਸਾਨੂੰ ਪਰਮੇਸ਼ਰ ਦੁਆਰਾ ਧਰਮੀ ਦੇ ਰੂਪ ਵਜੋਂ ਸਵੀਕਾਰ ਕੀਤੇ ਜਾਣਾ ਨਹੀਂ ਚਾਹੀਦਾ। 하셔야 되겠죠. ਇਸ ਕਾਰਨ ਪਰਮੇਸ਼ਰ ਸਾਨੂੰ ਮਤੀ ਅਧਿਆਇ 7 ਵਿੱਚ ਸਿੱਖਿਆ ਦਿੰਦੇ ਹਨ, ਹਰ ਕੋਈ ਸਵਰਗ ਦੇ ਰਾਜ ਵਿੱਚ ਨਾ ਵੜੇਗਾ, ਬਲਕਿ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ। 그렇습니다. ਆਓ ਅਸੀਂ ਯਸ਼ਾਇਆ ਅਧਿਆਇ 51 ਦੇਖਦੇ ਹੋਏ ਜਾਰੀ ਰੱਖੀਏ। ਯਸ਼ਾਇਆ ਅਧਿਆਇ 51 ਵਚਨ 7 ਇਹ ਕਹਿੰਦਾ ਹੈ, ਹੇ ਧਰਮ ਦੇ ਜਾਣਨ ਵਾਲਿਓ, 하고 했습니다. ਬਾਈਬਲ ਕਹਿੰਦੀ ਹੈ ਯਹੋਵਾ ਦੇ ਮਾਰਗ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ। ਯਸ਼ਾਇਆ ਅਧਿਆਇ 51 ਵਿੱਚ ਅਸੀਂ ਦੇਖ ਸਕਦੇ ਹਾਂ ਕਿ ਅਜਿਹੇ ਲੋਕ ਹਨ ਜੋ ਧਰਮੀ ਦੇ ਰਾਹ ਨੂੰ ਜਾਣਦੇ ਹਨ ਅਤੇ ਕੁਝ ਅਜਿਹੇ ਵੀ ਹਨ ਜੋ ਨਹੀਂ ਜਾਣਦੇ ਹਨ। ਜੋ ਧਰਮ ਨੂੰ ਜਾਣਨ ਵਾਲੇ ਹਨ ਉਹਨਾਂ ਦੇ ਮਨਾਂ ਵਿੱਚ ਕੀ ਹੈ, ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਵਿਵਸਥਾ ਹੈ। ਇਹ ਕਿਸ ਦੀ ਵਿਵਸਥਾ ਹੈ? ਪਰਮੇਸ਼ਰ ਦੀ ਵਿਵਸਥਾ ਹੈ। 백성들아, ਮਨੁੱਖਾਂ ਦੀਆਂ ਉੱਜਾਂ ਤੋਂ ਨਾ ਡਰੋ ਅਤੇ ਉਹਨਾਂ ਦੇ ਦੁਰਬਚਨਾਂ ਤੋਂ ਨਾ ਘਾਬਰੋ, 사람의 비방에 놀라지 말라. ਕਿਉਂ ਜੋ ਕੀੜਾ ਉਹਨਾਂ ਨੂੰ ਕੱਪੜੇ ਵਾਂਗੂ ਖਾ ਜਾਵੇਗਾ ਅਤੇ ਲੇਹਾ ਉਹਨਾਂ ਨੂੰ ਉੱਨ ਵਾਂਗੂ ਖਾ ਜਾਵੇਗਾ, ਪਰ ਮੇਰਾ ਧਰਮ 나의 ਸਦੀਪਕ ਹੋਵੇਗਾ ਅਤੇ ਮੇਰੀ ਮੁਕਤੀ ਪੀੜ੍ਹੀਓਂ ਪੀੜ੍ਹੀ ਤੱਕ। 미치리라 하고 했습니다.
ਜੋ ਪਰਮੇਸ਼ਰ ਦੀ ਧਾਰਮਿਕਤਾ ਨੂੰ ਜਾਣਦੇ ਹਨ, ਇਹ ਉਹ ਹਨ ਜੋ ਪਰਮੇਸ਼ਰ ਦੀ ਵਿਵਸਥਾ ਨੂੰ ਆਪਣੇ ਮਨਾਂ ਵਿੱਚ ਰੱਖਦੇ ਹਨ। ਕਿ ਇਹ ਨਿਸ਼ਚਿਤ ਰੂਪ ਨਾਲ ਪੁਸ਼ਟੀ ਨਹੀਂ ਕਰਦਾ ਕਿ ਇਹ ਉਹ ਲੋਕ ਹਨ ਜੋ ਪੂਰੀ ਤਰ੍ਹਾਂ ਪਰਮੇਸ਼ਰ ਦੇ ਹੁਕਮਾਂ, ਵਿਵਸਥਾ ਅਤੇ ਨਿਯਮਾਂ ਦਾ ਪਾਲਨ ਕਰਦੇ ਹਨ। ਬਾਈਬਲ ਵਿੱਚ ਲਿਖਿਆ ਹੈ ਕਿ ਸਿਰਫ ਅਜਿਹੇ ਲੋਕ ਹੀ ਪਰਮੇਸ਼ਰ ਦੇ ਰਾਹ ਉੱਤੇ ਚੱਲ ਸਕਦੇ ਹਨ। ਅੱਜ ਕੱਲ੍ਹ ਜੋ ਪਰਮੇਸ਼ਰ ਦੇ ਹੁਕਮਾਂ, ਵਿਵਸਥਾ ਅਤੇ ਨਿਯਮਾਂ ਦਾ ਪਾਲਨ ਨਹੀਂ ਕਰਦੇ, 있는 사람들은 ਉਹ ਉਸ ਵਚਨ ਨੂੰ ਪੂਰਾ ਕਰ ਰਹੇ ਹਨ ਜੋ ਕਹਿੰਦੇ ਹਨ, ਕੋਈ ਧਰਮੀ ਨਹੀਂ, ਇੱਕ ਵੀ ਨਹੀਂ। ਉਹਨਾਂ ਦਾ ਇਸ ਸਮੂਹ ਵਿੱਚ ਡਿੱਗਣਾ ਨਿਸ਼ਚਿਤ ਹੈ। ਦੂਸਰੇ ਸ਼ਬਦਾਂ ਵਿੱਚ, ਜਦੋਂ ਪਰਮੇਸ਼ਰ ਧਰਮੀ ਅਤੇ ਦੁਸ਼ਟਾਂ ਦਾ ਨਿਆਂ ਕਰਨ ਲਈ ਆਉਣਗੇ, ਫਿਰ ਇਹਨਾਂ ਲੋਕਾਂ ਦਾ ਨਿਆਂ ਕੀਤਾ ਜਾਵੇਗਾ ਅਤੇ ਬੁਰੇ ਕੰਮ ਕਰਨ ਵਾਲਿਆਂ ਨੂੰ ਤਿਆਰ ਕੀਤੀ ਗਈ ਸਾਰੀ ਸਜ਼ਾ ਮਿਲੇਗੀ। ਸਾਨੂੰ ਜਲਦੀ ਇਸ ਸਮੂਹ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ। ਪਰਮੇਸ਼ਰ ਨੇ ਸਾਨੂੰ ਅੰਤਰ ਦੱਸਿਆ ਹੈ ਤਾਂ ਜੋ ਅਸੀਂ ਦੁਸ਼ਟ ਦੇ ਰਾਹ ਨੂੰ ਛੱਡ ਸਕੀਏ। ਉਹਨਾਂ ਨੇ ਲੋਕਾਂ ਨੂੰ ਦੋ ਪ੍ਰਕਾਰ ਦੇ ਸਮੂਹਾਂ ਵਿੱਚ ਵੰਡਿਆ ਹੈ, ਉਹ ਲੋਕ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦੀ ਵਿਵਸਥਾ ਹੈ ਤੇ ਉਹ ਲੋਕ ਜਿਨ੍ਹਾਂ ਦੇ ਮਨ ਵਿੱਚ ਇਹ ਨਹੀਂ ਹੈ। ਪਰਮੇਸ਼ਰ ਨੇ ਉਹਨਾਂ ਨੂੰ ਜਿਨ੍ਹਾਂ ਕੋਲ ਪਰਮੇਸ਼ਰ ਦੀ ਵਿਵਸਥਾ ਹੈ ਉਹ ਲੋਕ ਕਿਹਾ ਜੋ ਧਰਮ ਨੂੰ ਜਾਣਨ ਵਾਲੇ ਹਨ। ਇਸ ਦੇ ਇਲਾਵਾ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਪਰਮੇਸ਼ਰ ਦੀ ਵਿਵਸਥਾ ਨਹੀਂ ਹੈ, ਇਹ ਸੰਕੇਤ ਕਰਦੇ ਹੋਏ ਕਿ ਉਹ ਦੁਸ਼ਟ ਦੇ ਹਨ, ਉਹ ਲੋਕ ਕਿਹਾ ਜੋ ਨਹੀਂ ਜਾਣਦੇ ਕਿ ਧਰਮ ਕੀ ਹੈ। ਇਹਨਾਂ ਗੱਲਾਂ ਉੱਤੇ ਮਨਨ ਕਰਨ ਨਾਲ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਅਸੀਂ ਸੱਚਮੁੱਚ ਕਿੰਨੇ ਧਨ ਹਾਂ। ਸਾਡੇ ਪਿਤਾ ਜੀ ਅਤੇ ਮਾਤਾ ਜੀ ਨੇ ਸਾਨੂੰ ਨਵੇਂ ਨੇਮ ਦੇ ਰਾਹ ਅਤੇ ਸਾਰੀ ਸੱਚਾਈ ਸਿਖਾਈ ਹੈ। ਉਹ ਸਾਨੂੰ ਪਰਮੇਸ਼ਰ ਦੇ ਹੁਕਮਾਂ, ਵਿਵਸਥਾ ਅਤੇ ਨਿਯਮਾਂ ਦਾ ਪਾਲਨ ਕਰਨ ਦਾ ਹੁਕਮ ਦਿੰਦੇ ਹਨ। ਮੈਂ ਬੇਵਸ ਹੋ ਕੇ ਪ੍ਰਗਟ ਕਰ ਸਕਦਾ ਹਾਂ ਕਿ ਅਸੀਂ ਸਾਰੇ ਕਿੰਨੇ ਖੁਸ਼ ਹਾਂ। ਯੀਸ਼ੂ ਨੇ ਕਿਹਾ, ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਸੇ ਵਿਧ ਨਾ ਵੜੋਗੇ। ਸਾਨੂੰ ਹਮੇਸ਼ਾ ਪਰਮੇਸ਼ਰ ਦੀ ਧਾਰਮਿਕਤਾ ਵਿੱਚ ਜੀਵਨ ਜਿਉਣਾ ਚਾਹੀਦਾ ਹੈ ਅਤੇ ਪਰਮੇਸ਼ਰ ਦੇ ਰਾਹ ਉੱਤੇ ਚੱਲਣਾ ਚਾਹੀਦਾ ਹੈ। 되어야 되겠습니다. ਹੁਣ ਆਓ ਅਸੀਂ ਮਿਕਾ ਅਧਿਆਇ 4 ਉੱਤੇ ਜਾਈਏ। ਮਿਕਾ ਅਧਿਆਇ 4 ਵਚਨ 1। ਆਖਰੀ ਦਿਨਾਂ ਵਿੱਚ ਇਹ ਹੋਵੇਗਾ ਕਿ ਯਹੋਵਾ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾਂ ਉਸ ਦੀ ਵੱਲ ਵਗਣਗੀਆਂ। 곧 많은 이방이 ਬਹੁਤੀਆਂ ਕੌਮਾਂ ਆਉਣਗੀਆਂ ਅਤੇ ਆਖਣਗੀਆਂ, ਆਓ ਅਸੀਂ ਯਹੋਵਾ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ਰ ਦੇ ਭਵਨ ਨੂੰ ਚੜ੍ਹੀਏ, ਭਾਈ ਉਹ ਸਾਨੂੰ ਆਪਣੇ ਰਾਹ ਵਿਖਾਵੇ। ਇਸ ਸੰਸਾਰ ਵਿੱਚ ਜਿੱਥੇ ਕਿਹਾ ਗਿਆ ਸੀ ਕਿ ਕੋਈ ਧਰਮੀ ਨਹੀਂ, ਇੱਕ ਵੀ ਨਹੀਂ, ਪਰਮੇਸ਼ਰ ਨੇ ਆ ਕੇ ਸਾਨੂੰ ਆਪਣੀ ਧਾਰਮਿਕਤਾ ਦਾ ਰਾਹ ਸਿਖਾਇਆ ਹੈ। ਕਿ ਪਰਮੇਸ਼ਰ ਨੇ ਇਹ ਨਹੀਂ ਕਿਹਾ ਯਹੋਵਾ ਦੇ ਮਾਰਗ ਤਾਂ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ। ਇਸ ਆਇਤ ਵਿੱਚ ਲਿਖਿਆ ਹੈ ਕਿ ਉਹ ਸਾਨੂੰ ਆਪਣੇ ਰਾਹ ਸਿਖਾਉਣਗੇ। ਹਾਲਾਂਕਿ ਇਸ ਸੰਸਾਰ ਵਿੱਚ ਕੋਈ ਵੀ ਧਰਮੀ ਨਹੀਂ ਸੀ, ਫਿਰ ਵੀ ਪਰਮੇਸ਼ਰ ਖੁਦ ਸਾਨੂੰ ਆਪਣੇ ਰਾਹ ਸਿਖਾਉਣ ਲਈ ਆਏ, ਸਾਨੂੰ ਦੁਸ਼ਟ ਦੇ ਰਾਹ ਤੋਂ ਬਚਾਇਆ ਅਤੇ ਧਾਰਮਿਕਤਾ ਦੇ ਰਾਹ ਉੱਤੇ ਚੱਲਣ ਲਈ ਸਾਡੀ ਅਗਵਾਈ ਕੀਤੀ। 세워놓으셨습니다. ਉਹ ਸਾਨੂੰ ਆਪਣੇ ਰਾਹ ਵਿਖਾਵੇ। 것이라. ਪਰਮੇਸ਼ਰ ਕਿਉਂ ਸਾਨੂੰ ਆਪਣੇ ਰਾਹ ਸਿਖਾਉਣਗੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਵਿਵਸਥਾ ਸਿਓਨ ਤੋਂ ਨਿਕਲੇਗੀ ਅਤੇ ਯਹੋਵਾ ਦਾ ਵਚਨ ਯਰੂਸ਼ਲਮ ਤੋਂ। ਮੀਕਾ ਅਧਿਆਇ 4 ਵਿੱਚ ਪਰਮੇਸ਼ਰ ਦੇ ਵਚਨ ਉੱਤੇ ਧਿਆਨ ਦਿੰਦੇ ਹੋਏ 우리가 바라 ਸਿਰਫ ਉਹ ਹੀ ਜਿਨ੍ਹਾਂ ਨੂੰ ਪਰਮੇਸ਼ਰ ਦੇ ਰਾਹ ਸਿਖਾਏ ਗਏ ਹਨ ਧਾਰਮਿਕਤਾ ਦੇ ਰਾਹ ਉੱਤੇ ਚੱਲ ਸਕਦੇ ਹਨ। ਪਰ ਦੁਸ਼ਟ ਇਸ ਮਾਰਗ ਨੂੰ ਕਦੇ ਸਵੀਕਾਰ ਨਹੀਂ ਕਰਨਗੇ ਅਤੇ ਅਜਿਹੀ ਬਦਕਿਸਮਤੀ ਵਿੱਚ ਹੋਣਗੇ ਜਿੱਥੇ ਉਹ ਕਦੇ ਵੀ ਉਹਨਾਂ ਉੱਤੇ ਚੱਲਣ ਦੇ ਯੋਗ ਨਾ ਹੋਣਗੇ। ਇਹ ਸਭ ਕਦੋਂ ਹੋਵੇਗਾ? ਇਹ ਅੰਤਮ ਦਿਨਾਂ ਵਿੱਚ ਹੋਵੇਗਾ। ਇਹ ਸਪਸ਼ਟ ਰੂਪ ਨਾਲ ਕਹਿੰਦਾ ਹੈ ਕਿ ਸਿਰਫ ਅੰਤ ਦੇ ਦਿਨਾਂ ਵਿੱਚ ਹੀ ਪਰਮੇਸ਼ਰ ਸਾਨੂੰ ਆਪਣੇ ਰਾਹ ਸਿਖਾਉਣਗੇ ਤਾਂ ਜੋ ਅਸੀਂ ਉਹਨਾਂ ਦੇ ਰਾਹ ਉੱਤੇ ਚੱਲ ਸਕੀਏ। ਕਿ ਉਹਨਾਂ ਦੇ ਰਾਹ ਉੱਤੇ ਚੱਲਣ ਵਾਲੇ ਉਹ ਹੀ ਨਹੀਂ ਹਨ ਜਿਨ੍ਹਾਂ ਦਾ ਜ਼ਿਕਰ ਹੋਸ਼ੇ ਅਧਿਆਇ 14 ਵਿੱਚ ਕੀਤਾ ਗਿਆ ਹੈ, ਜੋ ਕਹਿੰਦਾ ਹੈ ਧਰਮੀ ਉਹਨਾਂ ਦੇ ਵਿੱਚ ਚੱਲਣਗੇ। ਪਰਮੇਸ਼ਰ ਨੇ ਸਾਨੂੰ ਧਰਮੀਆਂ ਦੇ ਪੱਖ ਵਿੱਚ ਖੜੇ ਹੋਣ ਦੀ ਆਗਿਆ ਦਿੱਤੀ ਅਤੇ ਇਹ ਵੀ ਕਿਹਾ ਕਿ ਅਸੀਂ ਉਹ ਲੋਕ ਹਾਂ ਜੋ ਧਰਮ ਨੂੰ ਜਾਣਦੇ ਹਾਂ। ਅਤੀਤ ਵਿੱਚ ਅਸੀਂ ਸਿਰਫ ਪਾਪੀ ਅਤੇ ਦੁਸ਼ਟ ਸੀ, ਪਰ ਪਰਮੇਸ਼ਰ ਨੇ ਹੁਣ ਸਾਡੀ ਕਿਸਮਤ ਨੂੰ ਬਦਲ ਦਿੱਤਾ ਹੈ ਅਤੇ ਪੂਰੀ ਤਰ੍ਹਾਂ ਨਾਲ ਨਵੇਂ ਸਿਰੇ ਤੋਂ ਜਨਮ ਲੈਣ ਲਈ ਸਾਡੀ ਅਗਵਾਈ ਕੀਤੀ ਹੈ ਤਾਂ ਜੋ ਅਸੀਂ ਧਰਮੀਆਂ ਦੀ ਦੁਨੀਆ ਵਿੱਚ ਰਹਿ ਸਕੀਏ। ਇਸ ਲਈ ਜੇਕਰ ਅਸੀਂ ਉਸ ਰਾਹ ਦਾ ਪਾਲਨ ਕਰੀਏ ਜੋ ਖੁਦ ਪਰਮੇਸ਼ਰ ਨੇ ਸਾਨੂੰ ਸਿਖਾਇਆ ਹੈ, ਫਿਰ ਕੀ ਮੁਕਤੀ ਉਹ ਪੱਕਾ ਵਾਅਦਾ ਨਹੀਂ ਹੈ ਜੋ ਸਾਨੂੰ ਨਿਸ਼ਚਿਤ ਤੌਰ ਤੇ ਇਹਨਾਂ ਅੰਤਿਮ ਦਿਨਾਂ ਵਿੱਚ ਪ੍ਰਾਪਤ ਹੋਵੇਗੀ। ਇਬਰਾਨੀਆਂ ਅਧਿਆਇ 9 ਵਿੱਚ ਇਹ ਕਹਿੰਦਾ ਹੈ ਉਹ ਮੁਕਤੀ ਦੇਣ ਲਈ ਦੂਸਰੀ ਵਾਰ ਦਿਖਾਈ ਦੇਣਗੇ। ਇੱਕ ਅਧਿਆਇ 4 ਵਿੱਚ ਪਰਮੇਸ਼ਰ ਦਾ ਵਚਨ ਵੀ ਅੰਤ ਦੇ ਦਿਨਾਂ ਵਿੱਚ ਪੂਰਾ ਹੋਵੇਗਾ। ਅੰਤ ਦੇ ਦਿਨਾਂ ਵਿੱਚ ਉਹ ਸਾਨੂੰ ਆਪਣੇ ਰਾਹ ਸਿਖਾਉਣਗੇ। ਕਿਸ ਲਈ? ਸਾਡੀ ਮੁਕਤੀ ਲਈ। ਸਾਨੂੰ ਮੁਕਤੀ ਦੇਣ ਲਈ ਪਰਮੇਸ਼ਰ ਨੇ ਸਾਨੂੰ ਸਾਡੀ ਅਤੀਤ ਦੀ ਪਾਪ ਨਾਲ ਭਰੀ ਸਥਿਤੀ ਵਿੱਚ ਨਹੀਂ ਰਹਿਣ ਦਿੱਤਾ। ਉਹਨਾਂ ਨੇ ਸਾਨੂੰ ਦੁਸ਼ਟ ਅਤੇ ਪਾਪੀ ਦੇ ਰੂਪ ਵਿੱਚ ਪਛਾਣੇ ਜਾਣ ਵਾਲੇ ਲੋਕਾਂ ਤੋਂ ਬਦਲ ਕੇ ਹੁਣ ਧਰਮੀ ਦੇ ਰੂਪ ਵਿੱਚ ਪਛਾਣੇ ਜਾਣ ਦਾ ਹੁਕਮ ਦਿੱਤਾ। ਉਹਨਾਂ ਨੇ ਸਾਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਤਾਂ ਜੋ ਅਸੀਂ ਉਹ ਲੋਕ ਬਣ ਸਕੀਏ
ਜੋ ਪਰਮੇਸ਼ਰ ਦੇ ਰਾਹ ਉੱਤੇ ਚੱਲ ਸਕਦੇ ਹਨ। ਇਸ ਮਾਮਲੇ ਬਾਰੇ ਨਬੀ ਯਿਰਮੀਆ ਨੇ ਯਿਰਮੀਆ ਅਧਿਆਇ 31 ਵਿੱਚ ਇਸ ਪ੍ਰਕਾਰ ਲਿਖਿਆ। 31장에 ਆਓ ਅਸੀਂ ਯਿਰਮੀਆ ਅਧਿਆਇ 31 ਵਚਨ 31 ਦੇਖੀਏ। 31절의 말씀 보겠습니다. ਵੇਖੋ ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। 세우리라. ਉਸ ਨੇਮ ਵਾਂਗੂ ਨਹੀਂ ਜਿਹੜਾ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ, 열조의 손 ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ ਭਾਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ। 같이 아니할 것은 ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ, ਭਾਵੇਂ ਮੈਂ ਉਹਨਾਂ ਦਾ ਵਿਆਦੜ ਸਾਂ, ਯਹੋਵਾ ਦਾ ਵਾਕ ਹੈ। ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ, ਮੈਂ ਆਪਣੀ ਵਿਵਸਥਾ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪ੍ਰਜਾ ਹੋਣਗੇ। 내 백성이 될 것이라. ਉਹ ਫਿਰ ਕਦੇ ਹਰੇਕ ਆਪਣੇ ਗਵਾਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ, ਭਾਈ ਯਹੋਵਾ ਨੂੰ ਜਾਣੋ, ਕਿਉਂ ਜੋ ਉਹ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੀਕ ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਕ ਹੈ, ਕਿਉਂਕਿ ਮੈਂ ਉਹਨਾਂ ਦੀ ਬਦੀ ਬਾਰੇ ਪਰਮੇਸ਼ਰ ਕੀ ਕਰਨਗੇ। ਪਰਮੇਸ਼ਰ ਨੇ ਕਿਹਾ, ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ। ਅਤੀਤ ਵਿੱਚ ਅਸੀਂ ਪਾਪੀਆਂ ਦੇ ਅਹੁਦੇ ਤੇ ਸੀ, ਜਿਨ੍ਹਾਂ ਨੂੰ ਬੰਦੀ ਮੰਨਿਆ ਜਾਂਦਾ ਸੀ, 그 죄악을 ਪਰ ਇੱਥੇ ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਪਰਮੇਸ਼ਰ ਨੇ ਕਿਸ ਨੇਮ ਦੁਆਰਾ ਇਹ ਵਾਅਦਾ ਕੀਤਾ ਸੀ? 주신 약속입니까? ਪਰਮੇਸ਼ਰ ਨੇ ਨਵੇਂ ਨੇਮ ਦੀ ਵਿਵਸਥਾ ਵਿੱਚ ਇਹ ਵਾਅਦਾ ਕੀਤਾ ਸੀ, 이런 약속을 하셨습니다. ਮੈਂ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਇਸ ਦੇ ਦੁਆਰਾ ਪਰਮੇਸ਼ਰ ਦੇ ਕਹਿਣ ਦਾ ਮਤਲਬ ਸੀ ਕਿ ਉਹ ਸਾਨੂੰ ਅਜਿਹੇ ਅਹੁਦੇ ਤੇ ਰੱਖਣਗੇ ਜਿੱਥੇ ਸਾਨੂੰ ਪਾਪੀ ਨਹੀਂ ਮੰਨਿਆ ਜਾਵੇਗਾ। ਪਰਮੇਸ਼ਰ ਇਹ ਕਿਸ ਦੇ ਦੁਆਰਾ ਕਰਨਗੇ? ਪਰਮੇਸ਼ਰ ਨੇ ਘੋਸ਼ਣਾ ਕੀਤੀ ਕਿ ਉਹ ਨਵੇਂ ਨੇਮ ਨਾਮਕ ਪਰਮੇਸ਼ਰ ਦੀ ਵਿਵਸਥਾ ਦੁਆਰਾ ਇਸ ਨੂੰ ਪੂਰਾ ਕਰਨਗੇ। ਅੱਜ ਕੱਲ੍ਹ ਸਮੁੰਦਰ ਦੇ ਕਿਨਾਰੇ ਦੀ ਰੇਤ ਵਾਂਗੂ ਕਈ ਲੋਕ ਅਤੇ ਚਰਚ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ, ਪਰ ਕੀ ਉਹ ਪਰਮੇਸ਼ਰ ਦੇ ਨਿਯਮਾਂ, ਹੁਕਮਾਂ ਅਤੇ ਵਿਵਸਥਾਵਾਂ ਦਾ ਪਾਲਣ ਕਰ ਰਹੇ ਹਨ? ਨਹੀਂ, ਉਹ ਨਹੀਂ ਕਰਦੇ। ਇਸ ਤਰ੍ਹਾਂ ਕਿਉਂ ਹੈ? ਇਹ ਕਿਹਾ ਜਾਂਦਾ ਹੈ ਕਿ ਸਿਰਫ ਧਰਮੀ ਹੀ ਪਰਮੇਸ਼ਰ ਦੇ ਰਾਹ ਉੱਤੇ ਚੱਲ ਸਕਦੇ ਹਨ, ਪਰ ਉਹ ਅਜੇ ਵੀ ਧਾਰਮਿਕਤਾ ਦੇ ਉਸ ਪੱਧਰ ਤੱਕ ਨਹੀਂ ਪਹੁੰਚੇ ਹਨ। ਇਹੀ ਕਾਰਨ ਹੈ। ਨਿਆਂ ਦੇ ਦਿਨ ਪਰਮੇਸ਼ਰ ਧਰਮੀਆਂ ਨੂੰ ਦੁਸ਼ਟਾਂ ਤੋਂ ਵੱਖ ਕਰਨਗੇ। 마지막 최후 심판 때 ਉਸ ਦਿਨ ਉਪਰੋਕਤ ਸਾਰੇ ਲੋਕ ਦੁਸ਼ਟਾਂ ਦੇ ਅਹੁਦੇ ਵਿੱਚ ਖੜੇ ਹੋਣਗੇ। ਕਿ ਨਵਾਂ ਨੇਮ ਉਹ ਵਾਅਦਾ ਨਹੀਂ ਹੈ ਜੋ ਪਰਮੇਸ਼ਰ ਨੇ ਕੁਧਰਮੀਆਂ ਦੇ ਪਾਪਾਂ ਨੂੰ ਮਾਫ ਕਰਨ ਅਤੇ ਉਹਨਾਂ ਨੂੰ ਧਰਮੀ ਬਣਾਉਣ ਲਈ ਕੀਤਾ ਸੀ। ਪਰਮੇਸ਼ਰ ਨੇ ਇਹ ਵਿਵਸਥਾ ਕਿਸ ਦੇ ਦਿਲ ਵਿੱਚ ਰੱਖੀ? ਪਰਮੇਸ਼ਰ ਨੇ ਨਵੇਂ ਨੇਮ ਦੀ ਵਿਵਸਥਾ ਨੂੰ ਪਰਮੇਸ਼ਰ ਦੇ ਲੋਕਾਂ ਦੇ ਦਿਲਾਂ ਵਿੱਚ ਬੀਜਣ ਦੀ ਇਜਾਜ਼ਤ ਦਿੱਤੀ। 허락하시고 심어 놓으셨습니다. ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸਬਤ ਜਾਂ ਪਸਾਹ ਦਾ ਪ੍ਰਚਾਰ ਕਰਦੇ ਹਾਂ, ਫਿਰ ਕੁਝ ਲੋਕ ਇਸ ਨੂੰ ਤੁਰੰਤ ਸਵੀਕਾਰ ਕਰ ਲੈਂਦੇ ਹਨ, ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ 10 ਸਾਲ ਤੱਕ ਇਸ ਦੇ ਬਾਰੇ ਸੁਣਨ ਤੋਂ ਬਾਅਦ ਵੀ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ। ਨਿਆਂ ਦੇ ਦਿਨ ਜਦੋਂ ਪਰਮੇਸ਼ਰ ਕੁਧਰਮੀਆਂ ਨੂੰ ਦੁਸ਼ਟਾਂ ਤੋਂ, ਭੇਡਾਂ ਨੂੰ ਬੱਕਰੀਆਂ ਤੋਂ ਵੱਖ ਕਰਨਗੇ, ਫਿਰ ਉਹ ਉਹਨਾਂ ਦੁਸ਼ਟਾਂ ਦੇ ਰੂਪ ਵਿੱਚ ਖੜੇ ਹੋਣਗੇ ਜੋ ਪਰਮੇਸ਼ਰ ਦੀ ਸਜ਼ਾ ਅਤੇ ਨਿਆਂ ਤੋਂ ਬਚ ਨਹੀਂ ਸਕਦੇ। 없는 이런 위치에 있다는 것이죠. ਫਿਰ ਪਰਮੇਸ਼ਵਰ ਨੇ ਨਵੇਂ ਨੇਮ ਦੀ ਇਸ ਸੱਚਾਈ ਉੱਤੇ ਕਿਉਂ ਜ਼ੋਰ ਦਿੱਤਾ ਅਤੇ ਸਾਨੂੰ ਸਿਖਾਇਆ? ਇਹ ਕਿਹਾ ਗਿਆ ਹੈ, ਅੰਤ ਦੇ ਦਿਨਾਂ ਵਿੱਚ ਉਹ ਧਰਤੀ ਉੱਤੇ ਆਉਣਗੇ ਅਤੇ ਸਾਨੂੰ ਆਪਣੇ ਰਾਹ ਸਿਖਾਉਣਗੇ। ਫਿਰ ਉਹ ਮਨੁੱਖ ਜਾਤੀ ਅਤੇ ਸਿਉਣ ਦੀਆਂ ਸਾਰੀਆਂ ਸੰਤਾਨਾਂ ਲਈ ਨਵੇਂ ਨੇਮ ਦੇ ਨਿਯਮਾਂ ਅਤੇ ਵਿਧੀਆਂ ਨੂੰ ਕਈ ਵਾਰ ਕਿਉਂ ਘੋਸ਼ਿਤ ਕਰਦੇ ਹਨ? ਭਾਵੇਂ ਉਹਨਾਂ ਨੇ ਉਸ ਨੂੰ ਕਈ ਵਾਰ ਘੋਸ਼ਿਤ ਕੀਤਾ, ਫਿਰ ਵੀ ਉਹ ਉਹਨਾਂ ਨੂੰ ਨਹੀਂ ਸਮਝ ਸਕਦੇ, ਜਦਕਿ ਅਸੀਂ ਸਮਝ ਸਕਦੇ ਹਾਂ। ਅਸੀਂ ਪਰਮੇਸ਼ਰ ਦੇ ਵਚਨਾਂ ਨੂੰ ਸਵੀਕਾਰ ਕੀਤਾ ਹੈ ਅਤੇ ਉਹਨਾਂ ਦਾ ਪਾਲਣ ਕਰ ਰਹੇ ਹਾਂ, ਪਰ ਅਜਿਹਾ ਕਿਉਂ ਹੈ ਕਿ ਸੰਸਾਰ ਉਹਨਾਂ ਦਾ ਪਿੱਛਾ ਅਤੇ ਪਾਲਣ ਨਹੀਂ ਕਰ ਸਕਦਾ ਹੈ? ਇਹ ਅੰਤਿਮ ਦਿਨ ਤੇ ਪਰਮੇਸ਼ਰ ਦੇ ਨਿਆਂ ਦਾ ਮਾਨਕ ਹੋਵੇਗਾ। ਅਸੀਂ ਇਸ ਨੂੰ ਮਤੀ ਅਧਿਆਇ 7 ਵਚਨ 21 ਵਿੱਚ ਦੇਖ ਸਕਦੇ ਹਾਂ। ਉਸ ਦਿਨ ਅਨੇਕ ਮੈਨੂੰ ਆਖਣਗੇ, हे ਪ੍ਰਭੂ, ਕਿ ਅਸਾਂ ਤੇਰਾ ਨਾਮ ਲੈ ਕੇ ਅਗਮ ਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। ਯਿਸੂ ਉਹਨਾਂ ਨੂੰ ਕੀ ਕਹਿਣਗੇ? हे ਬੁਰਿਆਰਿਓ, ਵਿਵਸਥਾ ਦਾ ਉਲੰਘਣ ਕਰਨ ਵਾਲਿਓ, ਮੇਰੇ ਕੋਲੋਂ ਚਲੇ ਜਾਓ। ਕਿ ਮੈਂ ਤੁਹਾਨੂੰ ਧਰਮੀ ਬਣਾਉਣ ਲਈ ਕਿਸੇ ਚੀਜ਼ ਦਾ ਵਾਅਦਾ ਨਹੀਂ ਕੀਤਾ ਸੀ।
ਕਿ ਇਸੇ ਕਾਰਨ ਮੈਂ ਤੁਹਾਨੂੰ ਨਵੇਂ ਨੇਮ ਦੇ ਨਿਯਮਾਂ ਦਾ ਪਾਲਣ ਕਰਨ ਦੀ ਘੋਸ਼ਣਾ ਕਰਕੇ ਹੁਕਮ ਨਹੀਂ ਦਿੱਤਾ ਸੀ। ਹਾਲਾਂਕਿ ਤੁਸੀਂ ਕਦੇ ਮੇਰੇ ਵਚਨਾਂ ਨੂੰ ਨਹੀਂ ਸੁਣਿਆ, ਉਸ ਦੇ ਬਜਾਏ ਕਿ ਤੁਸੀਂ ਮੇਰੇ ਹੁਕਮਾਂ, ਨਿਯਮਾਂ ਅਤੇ ਵਿਧੀਆਂ ਨੂੰ ਅਣਦੇਖਾ ਨਹੀਂ ਕੀਤਾ ਅਤੇ ਉਹਨਾਂ ਦਾ ਅਪਮਾਨ ਨਹੀਂ ਕੀਤਾ। 그러니 ਇਸ ਕਾਰਨ 그룹에서 ਦੁਸ਼ਟਾਂ ਦੇ ਵਾਂਗ ਤੁਹਾਡਾ ਨਿਆਂ ਕੀਤਾ ਜਾਏਗਾ। 밖에 없지 않냐। ਉਹ ਕਹਿਣਗੇ, ਹੇ ਪ੍ਰਭੂ ਕਿ ਅਸਾਂ ਤੇਰਾ ਨਾਮ ਲੈ ਕੇ ਪਾਦਰੀ ਦੀ ਭੂਮਿਕਾ ਨਹੀਂ ਨਿਭਾਈ, ਤੇਰਾ ਨਾਮ ਲੈ ਕੇ ਭੂਤ ਨਹੀਂ ਕੱਢੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ। ਯੀਸ਼ੂ ਨੇ ਕਿਹਾ ਕਿ ਉਹਨਾਂ ਗੱਲਾਂ ਦਾ ਸਵਰਗ ਜਾਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਓ ਅਸੀਂ ਯਸ਼ਾਇਆ ਅਧਿਆਇ 33 ਵਿੱਚ ਇਸ ਮਾਮਲੇ ਨਾਲ ਸੰਬੰਧਿਤ ਕੁਝ ਵਚਨਾਂ ਨੂੰ ਦੇਖੀਏ ਅਤੇ ਇਸ ਉੱਤੇ ਨੇੜੇ ਤੋਂ ਨਜ਼ਰ ਪਾਉਣ ਦੁਆਰਾ ਜਾਰੀ ਰੱਖੀਏ। ਸਿਓਨ ਨੂੰ ਤੱਕ, ਸਾਡੇ ਮਿੱਥੇ ਹੋਏ ਪਰਵਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਆਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਹਦੇ ਕਿੱਲੇ ਕਦੇ ਉਖਾੜੇ ਨਹੀਂ ਜਾਣਗੇ, ਜਿਹਦੀਆਂ ਲਾਸਾਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ। ਪਰ ਉੱਥੇ ਯਹੋਵਾ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ। ਯਹੋਵਾ ਤਾਂ ਸਾਡਾ ਨਿਆਈ ਹੈ, ਯਹੋਵਾ ਸਾਡਾ ਵਿਧੀਆਂ ਦੇਣ ਵਾਲਾ ਹੈ, ਯਹੋਵਾ ਸਾਡਾ ਪਾਤਸ਼ਾਹ ਹੈ, ਉਹ ਸਾਨੂੰ ਬਚਾਵੇਗਾ। ਤੇਰੇ ਰੱਸੇ ਢਿੱਲੇ ਹਨ, ਉਹ ਬਾਦਬਾਨ ਉਹਦੇ ਥਾਂ ਤੇ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ। ਤਦ ਸ਼ਿਕਾਰ ਨਾਲ ਲੁੱਟ ਵਾਫਰੀ ਨਾਲ ਵੰਡੀ ਜਾਵੇਗੀ, ਲੰਗੜੇ ਵੀ ਲੁੱਟ ਲੈਣਗੇ। ਕੋਈ ਵਾਸੀ ਨਾ ਆਖੇਗਾ ਮੈਂ ਬਿਮਾਰ ਹਾਂ। 그러노라 하지 아니할 것이라. ਜਿਹੜੇ ਲੋਕ ਉਸ ਵਿੱਚ ਵਸਦੇ ਹਨ, ਉਹਨਾਂ ਦੀ ਬਦੀ ਮਾਫ ਕੀਤੀ ਜਾਵੇਗੀ। ਇੱਥੇ ਪਰਮੇਸ਼ਰ ਦੇ ਲੋਕ ਜਿਨ੍ਹਾਂ ਦੇ ਪਾਪ ਮਾਫ ਹੋਏ ਹਨ, ਕਿੱਥੇ ਨਿਵਾਸ ਕਰਦੇ ਹਨ? ਉਹ ਕਹਿੰਦਾ ਹੈ ਕਿ ਉਹ ਸਿਓਨ ਵਿੱਚ ਨਿਵਾਸ ਕਰਦੇ ਹਨ। ਸਿਓਨ ਵਿੱਚ ਜਿੱਥੇ ਪਰਮੇਸ਼ਰ ਦੇ ਪਰਬ ਮਨਾਏ ਜਾਂਦੇ ਹਨ, ਪਰਮੇਸ਼ਰ ਸਾਡੇ ਨਾਲ ਹਨ, ਜਿੱਥੇ ਉਹ ਸਾਡੇ ਨਿਆਈ ਅਤੇ ਸਾਡੇ ਸ਼ਾਸਕ ਹਨ। 세워주신 분이십니다. ਸੰਸਾਰਿਕ ਦ੍ਰਿਸ਼ਟੀਕੋਣ ਦੇ ਭਾਵ ਤੋਂ ਵੀ ਜਦੋਂ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਂਦਾ ਹੈ, ਫਿਰ ਜੱਜ ਕਿਸ ਆਧਾਰ ਤੇ ਨਿਆਂ ਕਰਦੇ ਹਨ ਕਿ ਉਹਨਾਂ ਦੇ ਦੇਸ਼ ਦਾ ਸੰਵਿਧਾਨ ਉਹਨਾਂ ਦਾ ਨਿਆਂ ਅਤੇ ਸ਼ਾਸਨ ਦਾ ਮਾਨਕ ਨਹੀਂ ਹੈ। ਇੱਥੇ ਪਰਮੇਸ਼ਰ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਉਹ ਸਾਡੇ ਨਿਆਈ ਹਨ ਅਤੇ ਇਹ ਕਿ ਇੱਕ ਵਿਵਸਥਾ ਹੈ ਜੋ ਉਹਨਾਂ ਨੇ ਸਾਨੂੰ ਦਿੱਤੀ ਹੈ ਕਿ ਅੰਤਮ ਨਿਆਂ ਲਈ ਨਵੇਂ ਨੇਮ ਦੀ ਇਹ ਵਿਵਸਥਾ ਉਹ ਮਾਨਕ ਨਹੀਂ ਹੋਵੇਗੀ। ਇਸ ਵਿਵਸਥਾ ਦੁਆਰਾ ਪਰਮੇਸ਼ਰ ਧਰਮੀ ਅਤੇ ਦੁਸ਼ਟਾਂ ਦੇ ਵਿਚਕਾਰ ਫਰਕ ਕਰਨਗੇ। ਇਸ ਲਈ ਇਹ ਕਿਹਾ ਗਿਆ ਹੈ ਕਿ ਯਹੋਵਾ ਦੇ ਮਾਰਗ ਤਾਂ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ। 수 있다고 했습니다. ਤੁਸੀਂ ਅਤੇ ਮੈਂ ਦੋਨੋਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਦੀ ਲਾਲਸਾ ਰੱਖਦੇ ਹਾਂ। ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਜਾਣਦੇ ਹਨ ਕਿ ਨਿਆਂ ਦਾ ਦਿਨ ਆ ਰਿਹਾ ਹੈ। 올 줄은 알고 있습니다. ਭਾਵੇਂ ਹੀ ਉਹ ਜਾਣਦੇ ਹਨ ਕਿ ਨਿਆਂ ਦਾ ਦਿਨ ਆ ਰਿਹਾ ਹੈ ਅਤੇ ਉਹਨਾਂ ਦੇ ਦਿਲ ਸਵਰਗ ਲਈ ਤਰਸ ਰਹੇ ਹਨ, ਪਰ ਉਹ ਧਰਮੀ ਦਾ ਅਹੁਦਾ ਹਾਸਲ ਕਰਨ ਵਿੱਚ ਕਾਬਲ ਨਹੀਂ ਹਨ। ਉਹ ਦੁਸ਼ਟਤਾ ਦੀ ਸਥਿਤੀ ਵਿੱਚ ਬਣੇ ਰਹਿੰਦੇ ਹਨ। ਕੋਰੋਨਾ ਵਾਇਰਸ ਮਹਾਮਾਰੀ 상이 ਹੁਣ 1 ਸਾਲ ਤੋਂ ਜ਼ਿਆਦਾ ਸਮੇਂ ਤੋਂ ਜਾਰੀ ਹੈ। 계속 지금 진행이 되고 있습니다. ਇਸ ਸਥਿਤੀ ਦੁਆਰਾ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪਰਮੇਸ਼ਰ ਦੇ ਨਿਆਂ ਦਾ ਦਿਨ ਜਲਦੀ ਨਹੀਂ ਆਏਗਾ। 심판의 날이 오지 않을까 말이죠. ਜੇਕਰ ਨਿਆਂ ਦਾ ਦਿਨ ਨੇੜੇ ਹੈ, ਫਿਰ ਇਹ ਜ਼ਰੂਰੀ ਹੈ ਕਿ ਉਹਨਾਂ ਨੂੰ ਦੁਸ਼ਟਾਂ ਦੇ ਰੂਪ ਵਿੱਚ ਨਾ ਮੰਨਿਆ ਜਾਵੇ। ਹਾਲਾਂਕਿ ਉਹ ਹੁਣ ਵੀ ਦੁਸ਼ਟਾਂ ਦੇ ਸਮੂਹ ਵਿੱਚ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਕੰਮ ਹਜੇ ਵੀ ਦੁਸ਼ਟਾਂ ਦੇ ਹਨ ਅਤੇ ਉਹ ਦੁਨੀਆ ਤੋਂ ਸਕਾਰੇ ਜਾਣ ਲਈ ਲਗਾਤਾਰ ਕੋਸ਼ਿਸ਼ ਕਰਦੇ ਹਨ। ਪਰਮੇਸ਼ਰ ਦੇ ਦ੍ਰਿਸ਼ਟੀਕੋਣ ਤੋਂ ਇਹ ਲੱਗਦਾ ਹੈ ਕਿ ਉਹ ਪਰਮੇਸ਼ਰ ਦੀ ਦੁਨੀਆ ਨਾਲ ਸੰਬੰਧਿਤ ਹੋਣ ਅਤੇ ਧਰਮੀ ਲੋਕਾਂ ਨਾਲ ਪਰਮੇਸ਼ਰ ਦੀ ਮਨਜ਼ੂਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਹਨ। ਸਾਰੇ ਲੋਕੋ, ਪਰਮੇਸ਼ਰ ਦਾ ਅਹੁਦਾ ਕੀ ਹੈ? ਲਿਖਿਆ ਹੈ ਕਿ ਉਹ ਸਾਡੇ ਨਿਆਈ ਹਨ। 재판장이시라고 했습니다. ਅੰਤਿਮ ਦਿਨ ਉੱਤੇ ਸਭ ਤੋਂ ਮਹੱਤਵਪੂਰਨ ਕਾਰਕ ਕੀ ਮੰਨਿਆ ਜਾ ਸਕਦਾ ਹੈ? ਜਦੋਂ ਪਰਮੇਸ਼ਰ ਦੁਸ਼ਟ ਅਤੇ ਧਰਮੀ ਦੇ ਵਿਚਕਾਰ ਨਿਆਂ ਕਰਨਗੇ, ਕਿ ਪਰਮੇਸ਼ਰ ਆਪਣੇ ਵਚਨ ਨਾਲ ਬਣਾਈ ਗਈ ਨਵੇਂ ਨੇਮ ਦੀ ਵਿਵਸਥਾ ਦੁਆਰਾ ਨਿਆਂ ਨਹੀਂ ਕਰਨਗੇ। ਕਿ ਅਸੀਂ ਪਰਮੇਸ਼ਰ ਨੂੰ ਨਹੀਂ ਦੇਖਿਆ, ਜਿਨ੍ਹਾਂ ਨੇ ਦੁਸ਼ਟਤਾ ਦਾ ਇਹ ਕਹਿੰਦੇ ਹੋਏ ਇਨਕਾਰ ਕੀਤਾ ਸੀ, ਹੇ ਬੁਰਿਆਰਿਓ, ਵਿਵਸਥਾ ਦਾ ਉਲੰਘਣ ਕਰਨ ਵਾਲਿਓ, ਮੇਰੇ ਕੋਲੋਂ ਚਲੇ ਜਾਓ। ਇਸ ਕਾਰਨ ਪਰਮੇਸ਼ਰ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਬਣਨ ਲਈ ਕਿਹਾ। ਨਵੇਂ ਨੇਮ ਦੀ ਸੱਚਾਈ ਦੇ ਮਾਰਗ ਉੱਤੇ ਚੱਲਣ ਵਾਲਿਆਂ ਨੂੰ ਕਿਹੜਾ ਵਿਸ਼ੇਸ਼ ਅਧਿਕਾਰ ਦਿੱਤਾ ਜਾਂਦਾ ਹੈ? ਪਰਮੇਸ਼ਰ ਨੇ ਲਗਨ ਨਾਲ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਜੋ ਲੋਕ ਸਦੀਪਕ ਆਸ਼ੀਸ਼ਾਂ ਅਤੇ ਸਵਰਗ ਦੇ ਸ਼ਾਨਦਾਰ ਰਾਜ ਨੂੰ ਪ੍ਰਾਪਤ ਕਰ ਸਕਦੇ ਹਨ, ਜਿਸ ਨੂੰ ਪਰਮੇਸ਼ਰ ਨੇ ਤਿਆਰ ਕੀਤਾ ਹੈ, ਉਹ ਲੋਕ ਹਨ ਜੋ ਨਵੇਂ ਨੇਮ ਦੀ ਵਿਵਸਥਾ ਮਨਾਉਂਦੇ ਹਨ ਅਤੇ ਉਸ ਦਾ ਪਾਲਨ ਕਰਦੇ ਹਨ। 말씀 주고 계십니다. 우리 ਆਓ ਅਸੀਂ ਇਬਰਾਨੀਆਂ ਅਧਿਆਇ 9 ਵਚਨ 15 ਦੇਖੀਏ।
ਇਸੇ ਕਾਰਨ 그는 ਕਿ ਉਹ ਯੀਸ਼ੂ ਨਹੀਂ ਹਨ। 예수님을 가르치지요. 이를 ਇਸੇ ਕਾਰਨ ਉਹ ਮਤਲਬ ਯੀਸ਼ੂ ਮਸੀਹ ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ 죽어서 부르심을 ਛੁਡਾਉਂਦੀ ਹੈ, 하여금 ਭਾਈ ਉਹ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਅਦੇ ਨੂੰ ਪ੍ਰਾਪਤ ਕਰਨ। ਪਰਮੇਸ਼ਰ ਨੇ ਉਹਨਾਂ ਸਾਰਿਆਂ ਨੂੰ 통해서 ਜਿਨ੍ਹਾਂ ਨੂੰ ਦੁਸ਼ਟਾਂ ਦੀ ਦੁਨੀਆ ਤੋਂ ਕੱਢ ਦਿੱਤਾ ਗਿਆ ਸੀ 확인의 새 ਅਤੇ ਨਵੇਂ ਨੇਮ ਦੀਆਂ ਵਿਵਸਥਾਵਾਂ, ਵਿਧੀਆਂ ਅਤੇ ਨਿਯਮਾਂ ਨੂੰ ਮੰਨਿਆ ਅਤੇ ਉਹਨਾਂ ਦਾ ਪਾਲਨ ਕੀਤਾ, 율례와 ਸਦੀਪਕ ਵਿਰਾਸਤ ਦਾ ਵਾਅਦਾ ਕੀਤਾ। 지킴으로 말미암아서 ਦੂਸਰੇ ਸ਼ਬਦਾਂ ਵਿੱਚ 무엇을 ਇਸ ਦੇ ਦੁਆਰਾ ਪਰਮੇਸ਼ਰ ਨੇ ਸਾਨੂੰ ਸਵਰਗ ਦੇ ਰਾਜ ਵਿੱਚ 천국 들어가 ਪ੍ਰਵੇਸ਼ ਕਰਨ ਲਈ ਸਨਮਾਨ ਅਤੇ ਵਡਿਆਈ ਪ੍ਰਦਾਨ ਕੀਤੀ ਹੈ। 허락하셨다는 말씀이 되겠습니다. ਇਹ ਲਿਖਿਆ ਹੈ ਕਿ ਉਹ ਵਾਅਦੇ ਦੇ ਅਨੁਸਾਰ ਸਦੀਪਕ ਮਿਰਾਸ ਨੂੰ ਪ੍ਰਾਪਤ ਕਰਨ। ਇਸ ਲਈ ਪਰਮੇਸ਼ਰ ਨੇ ਸਾਨੂੰ ਇਹ ਜਾਣਨ ਦਿੱਤਾ ਕਿ ਸੰਸਾਰ ਵਿੱਚ ਸਭ ਤੋਂ ਅਰਥਪੂਰਨ ਅਤੇ ਮੁਬਾਰਕ ਕੰਮ ਨਵੇਂ ਨੇਮ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੈ। 새 언약의 복음을 전파하는 새 언약의 일꾼의 일이라고 하지 않았습니까? ਆਓ ਅਸੀਂ ਦੂਸਰਾ ਕੁਰਿੰਥੀਆਂ ਅਧਿਆਇ 3 ਵਚਨ 6 ਦੇਖੀਏ। ਜੇ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ, 군대에게 ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਲਿਖਤ ਮਾਰ ਸੁੱਟਦੀ ਪਰ ਆਤਮਾ ਜਵਾਲਦਾ ਹੈ। 영은 살리는 것임이라고 했습니다. ਜਦੋਂ ਅਸੀਂ ਨਵੇਂ ਨੇਮ ਦੇ ਸੇਵਕ ਬਣਦੇ ਹਾਂ ਫਿਰ ਪਰਮੇਸ਼ਰ ਬਹੁਤ ਖੁਸ਼ ਹੁੰਦੇ ਹਨ। 굉장히 기뻐하시죠. ਪਰਮੇਸ਼ਰ ਨੇ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕ ਪ੍ਰਚਾਰ ਕਰਨ ਲਈ ਕਿਹਾ ਹੈ। ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਜੋ ਕੁਝ ਤੁਸੀਂ ਮੇਰੇ ਤੋਂ ਸਿੱਖਿਆ ਹੈ ਉਸ ਨੂੰ ਮਨਾਉਣਾ ਸਿਖਾਓ। 행하도록끔 하라. 왜냐하면 ਨਿਆਂ ਦੇ ਦਿਨ ਉੱਤੇ ਧਰਮੀਆਂ ਦਾ ਇੱਕ ਸਮੂਹ ਅਤੇ ਦੁਸ਼ਟਾਂ ਦਾ ਦੂਸਰਾ ਸਮੂਹ ਹੋਵੇਗਾ। 될 것인데 ਪਰ ਕਿਉਂਕਿ ਸੰਸਾਰ ਦੇ ਸਾਰੇ ਲੋਕ ਹੁਣ ਦੁਸ਼ਟਾਂ ਵਿੱਚੋਂ ਹਨ, ਤਦ ਪਰਮੇਸ਼ਰ ਨੇ ਸਾਨੂੰ ਸਿਖਾਉਣ ਲਈ ਕਿਹਾ ਤਾਂ ਜੋ ਉਹ ਧਰਮੀ ਲੋਕਾਂ ਦੇ ਸਮੂਹ ਵਿੱਚ ਆ ਸਕਣ। ਕਿ ਇਸ ਲਈ ਪਰਮੇਸ਼ਰ ਨੇ ਸਾਨੂੰ ਪ੍ਰਚਾਰ ਕਰਨ ਲਈ ਨਹੀਂ ਕਿਹਾ। ਸਾਨੂੰ ਕਹਿਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਦੁਸ਼ਟ ਦੇ ਵਾਂਗ ਬਣੇ ਰਹੋਗੇ ਤਦ ਨਸ਼ਟ ਹੋ ਜਾਓਗੇ ਅਤੇ ਪਰਮੇਸ਼ਰ ਦੇ ਨਿਆਂ ਤੋਂ ਬਚ ਨਹੀਂ ਸਕੋਗੇ। ਇਸ ਲਈ ਕਿਰਪਾ ਕਰਕੇ ਨਵੇਂ ਨੇਮ ਦੇ ਪਸਾਹ ਦੁਆਰਾ ਧਾਰਮਿਕਤਾ ਦੇ ਰਾਹ ਉੱਤੇ ਵਾਪਸ ਆਓ। ਇਸ ਤਰ੍ਹਾਂ ਕਰਕੇ ਆਓ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰੀਏ ਜਿਸ ਦਾ ਪਰਮੇਸ਼ਰ ਨੇ ਸਾਡੇ ਨਾਲ ਵਾਅਦਾ ਕੀਤਾ ਹੈ। ਕਿਰਪਾ ਕਰਕੇ ਸਵਰਗੀ ਵਿਰਾਸਤ ਦੇ ਵਾਅਦੇ ਨੂੰ ਪ੍ਰਾਪਤ ਕਰੋ। ਇਹ ਉਹ ਗੱਲ ਹੈ ਜੋ ਅਸੀਂ ਪ੍ਰਚਾਰ ਦੇ ਸਮੇਂ ਕਰਦੇ ਹਾਂ, ਕਿਉਂਕਿ ਇਸ ਸੰਸਾਰ ਵਿੱਚ ਹਰ ਕਿਸੇ ਨੂੰ ਇਕੱਲਾ ਛੱਡ ਦਿੱਤਾ ਜਾਵੇ ਤਾਂ ਮੌਤ ਦਿੱਤੀ ਜਾਵੇਗੀ। ਇਸ ਲਈ ਯੀਸ਼ੂ ਨੇ ਕੀ ਕਿਹਾ ਕਿ ਉਹ ਧਰਤੀ ਉੱਤੇ ਕੀ ਕਰਨ ਆਏ ਸੀ? ਉਹਨਾਂ ਨੇ ਕਿਹਾ ਮੈਂ ਪ੍ਰਚਾਰ ਕਰਨ ਆਇਆ ਹਾਂ। ਹੁਣ ਆਓ ਅਸੀਂ ਦੂਸਰਾ ਪਤਰਸ ਅਧਿਆਇ 3 ਵਚਨ 13 ਉੱਤੇ ਜਾਈਏ। ਪਰ ਉਹਦੇ ਵਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵਸਦਾ ਹੈ। 새 땅을 바라본다고 했습니다. ਸਾਨੂੰ ਦਿੱਤੇ ਗਏ ਇਹਨਾਂ ਸ਼ਬਦਾਂ ਦਾ ਨਿਰਦੇਸ਼ ਕੀ ਸੀ? ਆਓ ਅਸੀਂ ਆਇਤ 10 ਉੱਤੇ ਜਾਈਏ। ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ ਕਿ ਪ੍ਰਭੂ ਦਾ ਦਿਨ ਨਿਆਂ ਦਾ ਅੰਤਿਮ ਦਿਨ ਨਹੀਂ ਹੈ। 판의 날이죠. ਇਹ ਦੁਸ਼ਟਾਂ ਲਈ ਸਜ਼ਾ ਦਾ ਦਿਨ ਅਤੇ ਧਰਮੀਆਂ ਲਈ ਮੁਕਤੀ ਦਾ ਦਿਨ ਹੈ। 의인들에게는 구원의 날이 되겠습니다. ਪਰੰਤੂ ਪ੍ਰਭੂ ਦਾ ਦਿਨ ਚੋਰ ਵਾਂਗੂ ਆਵੇਗਾ ਜਿਹਦੇ ਵਿੱਚ ਆਕਾਸ਼ ਸਨਾਟੇ ਨਾਲ ਜਾਂਦੇ ਰਹਿਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਢਲ ਜਾਣਗੀਆਂ ਅਤੇ ਧਰਤੀ ਉਹਨਾਂ ਕਾਰੀਗਰਾਂ ਸਣੇ ਜੋ ਉਸ ਵਿੱਚ ਹਨ ਜਲ ਬਲ ਜਾਵੇਗੀ। ਜਦੋਂ ਇਹ ਸਭੇ ਵਸਤੂਆਂ ਇਉਂ ਢਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚੱਲਣ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਰ ਦੇ ਉਸ ਦਿਨ ਦੇ ਆਉਣ ਨੂੰ ਉਡੀਕਦੇ ਅਤੇ ਲੋਚਦੇ ਰਹੋ 간절히 사모하라. ਜਿਸ ਦੇ ਕਾਰਨ ਆਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਗਰ ਜਾਣਗੀਆਂ। ਪਰ ਉਹਦੇ ਵਚਨ ਦੇ ਅਨੁਸਾਰ ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵਸਦਾ ਹੈ। ਇਹ ਪਰਮੇਸ਼ਰ ਦੀ ਸਦੀਪਕ ਦੁਨੀਆ ਹੈ ਜਿਨ੍ਹਾਂ ਨੂੰ ਉਹਨਾਂ ਨੇ ਸਿਰਫ ਸਾਡੇ ਲਈ ਤਿਆਰ ਕੀਤਾ ਹੈ। ਇਹ ਪਰਮੇਸ਼ਰ ਦੀ ਕਿਰਪਾ ਨਾਲ ਭਰੀ ਦੁਨੀਆ ਹੈ ਜਿੱਥੇ ਕੋਈ ਹੰਝੂ, ਦੁੱਖ ਜਾਂ ਦਰਦ ਨਹੀਂ ਹੈ, ਜਿੱਥੇ ਹਰ ਦਿਨ ਸ਼ਾਂਤੀ ਅਤੇ ਖੁਸ਼ੀ ਦਾ ਨਿਰਮਾਣ ਹੁੰਦਾ ਹੈ। 세계 속에 ਇਸ ਤਰ੍ਹਾਂ ਦਾ ਜੀਵਨ ਪਰਮੇਸ਼ਰ ਜਲਦੀ ਹੀ ਸਾਡੇ ਲਈ ਸਵਰਗ ਦੇ ਰਾਜ ਵਿੱਚ ਖੋਲ ਦੇਣਗੇ। 열어놓으실 것입니다. ਫਿਰ ਅੱਜ ਅਸੀਂ ਨਵੇਂ ਨੇਮ ਦੀ ਸੱਚਾਈ ਦਾ ਪਾਲਨ ਕਰ ਰਹੇ ਹਾਂ ਅਤੇ ਅਸਲੀਅਤ ਵਿੱਚ ਨਵੇਂ ਨੇਮ ਦੀ 안에 ਇਸ ਸੱਚਾਈ ਵਿੱਚ ਜੀ ਰਹੇ ਹਾਂ। ਫਿਰ ਅਸੀਂ ਸੱਚ ਵਿੱਚ ਕਿੰਨੇ ਧਨ ਹਾਂ। ਹਾਲਾਂਕਿ ਇਹ ਲਿਖਿਆ ਗਿਆ ਹੈ ਕਿ ਸੰਸਾਰ ਦੇ ਸਾਰੇ ਲੋਕਾਂ ਵਿੱਚੋਂ ਕੁਝ ਹੀ ਰਾਹ ਨੂੰ ਲੱਭ ਸਕਣਗੇ। 작다고 했습니다. ਇਸ ਲਈ ਇਹ ਰਾਹ ਸੋਹਣਾ ਰਾਹ ਹੈ, ਇਹ ਫਾਟਕ ਵੀ ਸੋਹਣਾ ਹੈ। ਭਾਵੇਂ ਇਹ ਸੋਹਣਾ ਹੈ ਫਿਰ ਵੀ ਸਾਨੂੰ ਘੱਟੋ ਘੱਟ
ਇੱਕ ਵਾਰ ਸੰਸਾਰ ਵਿੱਚ ਸਾਰੇ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ। ਉਹਨਾਂ ਨੂੰ ਇਹ ਦੱਸਣ ਲਈ ਸਾਨੂੰ ਉਹਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ, ਭਾਵੇਂ ਉਹ ਸੁਣਨ ਜਾਂ ਨਾ ਸੁਣਨ। ਆਓ ਅਸੀਂ ਉਹਨਾਂ ਨੂੰ ਇਹ ਕਹਿੰਦੇ ਹੋਏ ਪਰਮੇਸ਼ਰ ਦੇ ਰਾਹ ਦੀ ਪਛਾਣ ਕਰਵਾਈਏ। ਸਾਡੇ ਕੋਲ ਉਹ ਖੁਸ਼ਖਬਰੀ ਹੈ ਜੋ ਸਾਨੂੰ ਜੀਵਨ ਦਿੰਦੀ ਹੈ। ਆਓ ਅਸੀਂ ਸਭ ਬੁਰਾਈ ਤੋਂ ਮੁੜੀਏ ਅਤੇ ਧਾਰਮਿਕਤਾ ਦੇ ਜੀਵਨ ਵਿੱਚ ਵਾਪਸ ਆਈਏ। ਆਓ ਅਸੀਂ ਸਾਰੇ ਮੁਕਤੀ ਅਤੇ ਸਵਰਗ ਦੇ ਸਦੀਪਕ ਰਾਜ ਨੂੰ ਪ੍ਰਾਪਤ ਕਰੀਏ, ਜਿਸ ਨੂੰ ਪਰਮੇਸ਼ਰ ਨੇ ਸਾਡੇ ਲਈ ਤਿਆਰ ਕੀਤਾ ਹੈ। ਇੱਕ ਵਾਰ ਫਿਰ ਮੈਂ ਸਾਡੇ ਐਲੋਹਿਮ ਪਰਮੇਸ਼ਰ, ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਨੂੰ ਧੰਨਵਾਦ, ਮਹਿਮਾ ਅਤੇ ਵਡਿਆਈ ਦਿੰਦੇ ਹੋਏ, ਜਿਨ੍ਹਾਂ ਨੇ ਇਸ ਸੱਚਾਈ ਵਿੱਚ ਸਾਡੀ ਅਗਵਾਈ ਕੀਤੀ ਅਤੇ ਅਜਿਹੀਆਂ ਸ਼ਾਨਦਾਰ ਆਸ਼ੀਸ਼ਾਂ ਪ੍ਰਦਾਨ ਕੀਤੀਆਂ ਹਨ। ਭਾਵੇਂ ਹੀ ਬਾਹਰੀ ਹਾਲਾਤ ਕੋਰੋਨਾ ਵਾਇਰਸ ਦੇ ਕਾਰਨ ਉਦਾਸ ਅਤੇ ਨਿਰਾਸ਼ਾਜਨਕ ਹੋ ਸਕਦੇ ਹਨ, ਪਰ ਆਓ ਅਸੀਂ ਇਸ ਖੁਸ਼ਖਬਰੀ ਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਆਪਣੇ ਗੁਆਂਢੀਆਂ, ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਜਾਣ ਪਛਾਣ ਵਾਲਿਆਂ ਤੱਕ ਪਹੁੰਚਾਉਣ ਲਈ ਖੁਸ਼ੀ ਭਰਾ ਕਦਮ ਚੁੱਕੀਏ। ਇਸ ਨਾਲ ਮੈਂ ਅੱਜ ਦਾ ਉਪਦੇਸ਼ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।